ਸਤਿ ਸ੍ਰੀ ਅਕਾਲ। ਅੱਜ ਆਪਾਂ ਇੱਕ ਅਜਿਹੇ ਮੁੱਦੇ ਤੇ ਗੱਲ ਕਰਾਂਗੇ ਜਿਸ ਨੇ ਕੂਟਨੀਤੀ ਦੀ ਦੁਨੀਆ ਵਿੱਚ ਵੱਡੇ ਸਵਾਲ ਖੜੇ ਕੀਤੇ। ਜਦੋਂ ਦੁਨੀਆ ਦੀਆਂ ਵੱਡੀਆਂ ਤਾਕਤਾਂ ਇਸਲਾਮਾਬਾਦ ਵਿੱਚ ਇੱਕ ਇਤਿਹਾਸਿਕ ਸ਼ਾਂਤੀ ਵਾਰਤਾ ਲਈ ਮਿਲੀਆਂ ਤਾਂ ਇੱਕ ਦੇਸ਼ ਦੀ ਗੈਰਹਾਜ਼ਰੀ ਬਹੁਤ ਚੁਭ ਰਹੀ ਸੀ। ਉਹ ਦੇਸ਼ ਸੀ ਭਾਰਤ। ਤਾਂ ਸਵਾਲ ਇਹ ਹੈ ਕਿ ਭਾਰਤ ਉੱਥੇ ਕਿਉਂ ਨਹੀਂ ਸੀ? ਆਓ ਰਵੀਸ਼ ਕੁਮਾਰ ਦੇ ਇੱਕ ਲੇਖ ਦੇ ਜ਼ਰੀਏ ਇਸ ਪੂਰੇ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਲੇਖ ਦੀ ਸ਼ੁਰੂਆਤ ਹੀ ਇਸ ਜ਼ਬਰਦਸਤ ਬਿਆਨ ਨਾਲ ਹੁੰਦੀ ਹੈ। ਸੋਚੋ ਜ਼ਰਾ, 21ਵੀਂ ਸਦੀ ਦੀ ਸਭ ਤੋਂ ਵੱਡੀ ਘਟਨਾ। ਇਹ ਕੋਈ ਮਾਮੂਲੀ ਮੀਟਿੰਗ ਨਹੀਂ ਸੀ, ਸਗੋਂ ਇਤਿਹਾਸ ਦਾ ਇੱਕ ਅਜਿਹਾ ਮੋੜ ਸੀ ਜਿਸ ਤੇ ਸਭ ਦੀਆਂ ਨਜ਼ਰਾਂ ਸਨ। ਪਰ ਜਿਵੇਂ ਕਹਿੰਦੇ ਨੇ, ਕਈ ਵਾਰ ਕੌਣ ਮੌਜੂਦ ਹੈ ਇਸ ਤੋਂ ਵੱਧ ਜ਼ਰੂਰੀ ਇਹ ਹੋ ਜਾਂਦਾ ਹੈ ਕਿ ਕੌਣ ਗੈਰ ਹਾਜ਼ਰ ਹੈ। ਇਸ ਤੋਂ ਪਹਿਲਾਂ ਕਿ ਆਪਾਂ ਇਸ ਵਿਸ਼ਲੇਸ਼ਣ ਦੀਆਂ ਡੂੰਘੀਆਂ ਪਰਤਾਂ ਵਿੱਚ ਜਾਈਏ, ਜੇ ਤੁਹਾਨੂੰ ਅਜਿਹੇ ਵਿਸ਼ਲੇਸ਼ਣ ਚੰਗੇ ਲੱਗਦੇ ਨੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਚਲੋ ਹੁਣ ਅੱਗੇ ਵਧਦੇ ਹਾਂ। ਅੱਜ ਆਪਾਂ ਲੇਖਕ ਦੇ 5 ਮੁੱਖ ਨੁਕਤਿਆਂ ਨੂੰ ਸਮਝਾਂਗੇ। ਪਹਿਲਾ, ਇਤਿਹਾਸਿਕ ਗੱਲਬਾਤ ਤੋਂ ਭਾਰਤ ਦੀ ਗੈਰਹਾਜ਼ਰੀ। ਦੂਜਾ, ਭਾਰਤ ਤੇ ਲੱਗਿਆ ਨਕਲੀ ਨਿਰਪੱਖਤਾ ਦਾ ਦੋਸ਼। ਤੀਜਾ, ਇਸ ਨੂੰ ਕੂਟਨੀਤੀ ਅਤੇ ਨੈਤਿਕਤਾ ਦੀ ਹਾਰ ਕਿਉਂ ਕਿਹਾ ਗਿਆ। ਚੌਥਾ, ਸਰਕਾਰ ਅਤੇ ਲੋਕਾਂ ਦੀ ਸੋਚ ਵਿੱਚ ਫਰਕ। ਅਤੇ ਅਖੀਰ ਵਿੱਚ, ਇਸ ਸਭ ਦਾ ਭਾਰਤੀ ਲੋਕਤੰਤਰ ਤੇ ਕੀ ਅਸਰ ਪਿਆ। ਤਾਂ ਸ਼ੁਰੂ ਕਰਦੇ ਹਾਂ ਪਹਿਲੇ ਹਿੱਸੇ ਤੋਂ। ਜਦੋਂ ਦੁਸ਼ਮਣ ਮੰਨੇ ਜਾਣ ਵਾਲੇ ਦੇਸ਼ ਈਰਾਨ ਅਤੇ ਅਮਰੀਕਾ ਇਸਲਾਮਾਬਾਦ ਵਿੱਚ ਗੱਲ ਕਰਨ ਲਈ ਇਕੱਠੇ ਹੋਏ ਤਾਂ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਖਬਰ ਸੀ। ਪਰ ਲੇਖਕ ਦਾ ਧਿਆਨ ਇਸ ਗੱਲ ਤੇ ਹੈ ਕਿ ਇਸ ਇਤਿਹਾਸਿਕ ਮੇਜ਼ ਤੋਂ 2 ਦੇਸ਼ ਗਾਇਬ ਸਨ। ਤੇ ਇਹੀ ਉਹ ਸਵਾਲ ਹੈ ਜੋ ਪੂਰੇ ਲੇਖ ਦੀ ਨੀਂਹ ਹੈ। ਇੱਕ ਦੇਸ਼ ਜੋ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਾਉਣਾ ਹੈ, ਉਹ ਦੁਨੀਆ ਦੇ ਇੰਨੇ ਅਹਿਮ ਮਸਲੇ ਤੇ ਹੋ ਰਹੀ ਗੱਲਬਾਤ ਤੋਂ ਬਾਹਰ ਕਿਵੇਂ ਹੋ ਸਕਦਾ ਹੈ? ਆਖਿਰ ਗੱਲ ਕੀ ਸੀ? ਲੇਖਕ ਮੁਤਾਬਕ ਉਹ 2 ਦੇਸ਼ ਸਨ, ਇਜ਼ਰਾਈਲ ਅਤੇ ਭਾਰਤ। ਉਹ ਇਸ ਨੂੰ ਭਾਰਤ ਦੀ ਵਿਦੇਸ਼ ਨੀਤੀ ਦੇ ਇਤਿਹਾਸ ਦਾ ਸਭ ਤੋਂ ਬੁਰਾ ਮੋੜ ਕਹਿੰਦਾ ਹੈ। ਅਤੇ ਇਸ ਦਾ ਕਾਰਨ? ਲੇਖਕ ਸਿੱਧਾ ਇਸ਼ਾਰਾ ਕਰਦਾ ਹੈ ਪ੍ਰਧਾਨ ਮੰਤਰੀ ਮੋਦੀ ਦੇ ਯੁੱਧ ਤੋਂ ਠੀਕ ਪਹਿਲਾਂ ਕੀਤੇ ਗਏ ਇਜ਼ਰਾਈਲ ਦੌਰੇ ਵੱਲ, ਜਿਸ ਨੇ ਸ਼ਾਇਦ ਭਾਰਤ ਦੀ ਸਥਿਤੀ ਨੂੰ ਪਹਿਲਾਂ ਹੀ ਤੈਅ ਕਰ ਦਿੱਤਾ ਸੀ। ਤਾਂ ਇਸ ਗੈਰਹਾਜ਼ਰੀ ਦਾ ਕਾਰਨ ਕੀ ਸੀ? ਇੱਥੇ ਲੇਖਕ ਇੱਕ ਬਹੁਤ ਹੀ ਖਾਸ ਸ਼ਬਦ ਵਰਤਦਾ ਹੈ, ਨਕਲੀ ਨਿਰਪੱਖਤਾ। ਆਓ ਦੇਖੀਏ ਇਸ ਦਾ ਮਤਲਬ ਕੀ ਹੈ। ਤਾਂ ਨਕਲੀ ਨਿਰਪੱਖਤਾ ਦਾ ਮਤਲਬ ਹੈ ਕਿ ਤੁਸੀਂ ਦੁਨੀਆ ਨੂੰ ਦਿਖਾਉਣ ਲਈ ਤਾਂ ਕਹਿ ਰਹੇ ਹੋ ਕਿ ਅਸੀਂ ਕਿਸੇ ਨੇ ਨਾਲ ਨਹੀਂ, ਅਸੀਂ ਨਿਰਪੱਖ ਹਾਂ, ਪਰ ਤੁਹਾਡੀ ਚੁੱਪੀ ਅਤੇ ਤੁਹਾਡੇ ਕੰਮ ਅਸਲ ਵਿੱਚ ਕਿਸੇ ਇੱਕ ਧਿਰ ਦਾ ਸਾਥ ਦੇ ਰਹੇ ਹੁੰਦੇ ਨੇ। ਇਹ ਇੱਕ ਤਰ੍ਹਾਂ ਦਾ ਕੂਟਨੀਤਿਕ ਦਿਖਾਵਾ ਹੈ। ਇਸ ਸਲਾਈਡ ਤੇ ਦੇਖੋ, ਇੱਕ ਪਾਸੇ ਭਾਰਤ ਦਾ ਦਾਅਵਾ ਸੀ ਨਿਰਪੱਖ ਹੋਣ ਦਾ, ਪਰ ਲੇਖਕ ਦੇ ਮੁਤਾਬਿਕ ਅਸਲੀਅਤ ਕੀ ਸੀ? ਇਜ਼ਰਾਈਲ ਦਾ ਪੱਖ ਲੈਣਾ। ਦਾਅਵਾ ਸੀ ਕਿ ਅਸੀਂ ਕਿਸੇ ਦਾ ਪੱਖ ਨਹੀਂ ਲੈਂਦੇ, ਪਰ ਹਕੀਕਤ ਸੀ ਹਮਲਿਆਂ ਤੇ ਚੁੱਪੀ। ਸਰਕਾਰ ਨੇ ਇਸ ਨੂੰ ਰਣਨੀਤਿਕ ਚੁੱਪੀ ਕਿਹਾ, ਪਰ ਲੇਖਕ ਇਸ ਨੂੰ ਈਰਾਨ ਦੇ ਨੇਤਾ ਖਮੇਨੀ ਦੀ ਮੌਤ ਤੇ ਚੁੱਪੀ ਦੇ ਰੂਪ 'ਚ ਦੇਖਦਾ ਹੈ, ਜੋ ਕਿ ਇੱਕ ਪੱਖਪਾਤੀ ਰਵੱਈਆ ਸੀ। ਹੁਣ ਜ਼ਰਾ ਦੂਜੇ ਦੇਸ਼ਾਂ ਵੱਲ ਵੀ ਦੇਖੋ। ਲੇਖਕ ਦੱਸਦਾ ਹੈ ਕਿ ਕਈ ਯੂਰਪੀ ਦੇਸ਼ਾਂ ਨੇ ਵੀ ਖੁੱਲ੍ਹ ਕੇ ਇਜ਼ਰਾਈਲ ਦੀ ਨਿੰਦਾ ਕੀਤੀ ਸੀ। ਪਾਕਿਸਤਾਨ ਨੇ ਤਾਂ ਆਪਣੀ ਸੰਸਦ ਵਿੱਚ ਖਮੇਨੀ ਲਈ ਸ਼ਰਧਾਂਜਲੀ ਵੀ ਦਿੱਤੀ। ਇੱਥੋਂ ਤੱਕ ਕਿ ਭਾਰਤ ਦੇ ਅੰਦਰ ਹੀ ਵਿਰੋਧੀ ਧਿਰ ਦੇ ਆਗੂ ਸਰਕਾਰ ਨੂੰ ਇਸ ਨੀਤੀ ਬਾਰੇ ਚੇਤਾਵਨੀਆਂ ਦੇ ਰਹੇ ਸਨ। ਯਾਨੀ ਕਿ ਭਾਰਤ ਦੀ ਚੁੱਪੀ ਉਸ ਨੂੰ ਸਭ ਤੋਂ ਵੱਖਰਾ ਖੜਾ ਕਰ ਰਹੀ ਸੀ। ਇਹ ਸਿਰਫ ਇੱਕ ਕੂਟਨੀਤਿਕ ਗਲਤੀ ਨਹੀਂ ਸੀ। ਲੇਖਕ ਇਸ ਨੂੰ ਇਸ ਤੋਂ ਕਿਤੇ ਵੱਧ ਕੇ ਦੇਖਦਾ ਹੈ। ਉਸ ਦੇ ਲਈ ਇਹ ਭਾਰਤ ਦੀ ਨੈਤਿਕ ਹਾਰ ਸੀ। ਇਹ ਬਹੁਤ ਡੂੰਘੀ ਗੱਲ ਹੈ। ਲੇਖਕ ਕਹਿ ਰਿਹਾ ਹੈ ਕਿ ਦਾਅ ਤੇ ਸਿਰਫ ਕੋਈ ਵਿਦੇਸ਼ੀ ਨੀਤੀ ਨਹੀਂ ਸੀ, ਸਗੋਂ ਭਾਰਤ ਦੀ ਉਹ ਨੈਤਿਕ ਵਿਰਾਸਤ ਸੀ ਜੋ ਹਜ਼ਾਰਾਂ ਸਾਲਾਂ ਤੋਂ ਬਣੀ ਹੈ, ਬੁੱਧ, ਗਾਂਧੀ, ਕ੍ਰਿਸ਼ਨ ਅਤੇ ਰਾਮ ਦੇ ਆਦਰਸ਼ਾਂ ਤੇ। ਲੇਖਕ ਦੇ ਅਨੁਸਾਰ ਭਾਰਤ ਦੀ ਵਿਰਾਸਤ ਹਮੇਸ਼ਾ ਨਿਆਂ ਅਤੇ ਸੱਚ ਦੇ ਨਾਲ ਖੜੇ ਹੁੰਦੀ ਰਹੀ ਹੈ। ਉਸ ਦੇ ਮੰਨਣਾ ਹੈ ਕਿ ਇਸ ਮਾਮਲੇ ਵਿੱਚ ਸਰਕਾਰ ਨੇ ਉਸ ਵਿਰਾਸਤ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਹੁਣ ਲੇਖਕ ਇੱਕ ਬਹੁਤ ਹੀ ਦਿਲਚਸਪ ਫਰਕ ਦੱਸਦਾ ਹੈ ਸਰਕਾਰ ਦੇ ਰੁਖ ਅਤੇ ਭਾਰਤ ਦੇ ਆਮ ਲੋਕਾਂ ਦੀ ਭਾਵਨਾ ਦੇ ਵਿੱਚ। ਲੇਖਕ ਦਾ ਕਹਿਣਾ ਹੈ ਕਿ ਜਦੋਂ ਦੁਨੀਆ ਇੱਕ ਵੱਡੇ ਸੰਕਟ ਨਾਲ ਜੂਝ ਰਹੀ ਸੀ, ਉਸ ਵੇਲੇ ਭਾਰਤ ਸਰਕਾਰ ਦਾ ਧਿਆਨ ਕਿੱਥੇ ਸੀ? ਵੋਟਰ ਸੂਚੀਆਂ ਤੇ ਬਹਿਸ, ਸਰਕਾਰ ਦੀ ਆਲੋਚਨਾ ਕਰਨ ਵਾਲੇ ਵੀਡੀਓ ਅਤੇ ਪੇਜ ਬੰਦ ਕਰਵਾਉਣ ਤੇ ਅਤੇ ਆਲੋਚਕਾਂ ਦੀ ਆਵਾਜ਼ ਦਬਾਉਣ ਤੇ। ਪਰ ਇਸ ਦੇ ਉਲਟ ਲੇਖਕ ਦਾ ਮੰਨਣਾ ਹੈ ਕਿ ਭਾਰਤ ਦੇ ਲੋਕਾਂ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਸਮਝਿਆ। ਉਹਨਾਂ ਨੂੰ ਯਾਦ ਸੀ ਕਿ ਸਹੀ ਅਤੇ ਗਲਤ ਦੀ ਲੜਾਈ ਵਿੱਚ ਹਮੇਸ਼ਾ ਨਿਆਂ ਦਾ ਸਾਥ ਦੇਣਾ ਹੁੰਦਾ ਹੈ, ਭਾਵੇਂ ਉਹ ਪੱਖ ਕਮਜ਼ੋਰ ਹੀ ਕਿਉਂ ਨਾ ਹੋਵੇ, ਠੀਕ ਉਸੇ ਤਰ੍ਹਾਂ ਜਿਵੇਂ ਕ੍ਰਿਸ਼ਨ ਨੇ ਪਾਂਡਵਾਂ ਦਾ ਸਾਥ ਦਿੱਤਾ ਸੀ। ਤੇ ਹੁਣ ਲੇਖਕ ਆਪਣੀ ਗੱਲ ਨੂੰ ਸਿਰਫ ਵਿਦੇਸ਼ ਨੀਤੀ ਤੱਕ ਹੀ ਸੀਮਤ ਨਹੀਂ ਰੱਖਦਾ, ਸਗੋਂ ਇਸ ਨੂੰ ਸਿੱਧਾ ਭਾਰਤ ਦੇ ਲੋਕਤੰਤਰ ਦੀ ਸਿਹਤ ਨਾਲ ਜੋੜਦਾ ਹੈ। ਉਹ ਅਮਰੀਕਾ, ਜੋ ਦੁਨੀਆ ਦਾ ਸਭ ਤੋਂ ਪੁਰਾਣਾ ਲੋਕਤੰਤਰ ਹੈ, ਅਤੇ ਭਾਰਤ, ਜੋ ਸਭ ਤੋਂ ਵੱਡਾ ਲੋਕਤੰਤਰ ਹੈ, ਦੀ ਤੁਲਨਾ ਕਰਦਾ ਹੈ। ਉਸ ਮੁਤਾਬਿਕ ਅਮਰੀਕਾ ਵਿੱਚ ਲੋਕਾਂ ਨੇ ਸਰਕਾਰ ਦੀ ਖੁੱਲ੍ਹ ਕੇ ਆਲੋਚਨਾ ਕੀਤੀ, ਪਰ ਭਾਰਤ ਵਿੱਚ ਆਲੋਚਨਾ ਕਰਨਾ ਹੀ ਔਖਾ ਬਣਾ ਦਿੱਤਾ ਗਿਆ ਹੈ। ਬੋਲਣ ਦੀ ਆਜ਼ਾਦੀ ਤੇ ਸਵਾਲ ਖੜੇ ਹੋ ਗਏ ਹਨ। ਲੇਖਕ ਦਾ ਸਿੱਟਾ ਬਹੁਤ ਗੰਭੀਰ ਹੈ। ਉਸ ਦਾ ਕਹਿਣਾ ਹੈ ਕਿ ਅਦਾਲਤਾਂ ਤੋਂ ਲੈ ਕੇ ਚੋਣ ਕਮਿਸ਼ਨ ਤੱਕ ਹਰ ਸੰਸਥਾ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਹੈ ਅਤੇ ਚੋਣਾਂ, ਜੋ ਕਿਸੇ ਵੇਲੇ ਲੋਕਤੰਤਰ ਦਾ ਤਿਉਹਾਰ ਹੁੰਦੀਆਂ ਸਨ,
ਹੁਣ ਆਪਣੀ ਰੌਣਕ ਗਵਾ ਚੁੱਕੀਆਂ ਹਨ। ਅਤੇ ਅਖੀਰ ਵਿੱਚ ਲੇਖਕ ਸਾਨੂੰ ਸਾਰਿਆਂ ਨੂੰ ਇੱਕ ਵੱਡੇ ਸਵਾਲ ਨਾਲ ਛੱਡ ਜਾਂਦਾ ਹੈ ਕਿ ਭਾਰਤ ਦੇ ਲੋਕਤੰਤਰ ਨੂੰ ਇੱਕ ਨਵੀਂ ਸ਼ੁਰੂਆਤ ਦੀ ਲੋੜ ਹੈ। ਇਹ ਇੱਕ ਅਜਿਹਾ ਸਵਾਲ ਹੈ ਜੋ ਸਿਰਫ ਸਿਆਸਤਦਾਨਾਂ ਲਈ ਨਹੀਂ, ਸਗੋਂ ਹਰ ਨਾਗਰਿਕ ਲਈ ਸੋਚਣ ਵਾਲਾ ਹੈ। ਇਸ ਵਿਸ਼ਲੇਸ਼ਣ ਵਿੱਚ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ।